ਮੇਰੀ 17 ਸਾਲ ਦੀ ਕੁੜੀ ਨੇ ਜਦੋਂ 12ਵੀਂ ਪਾਸ ਕਰ ਲਈ ਤਾਂ ਇੱਕ ਜਿੱਦ ਹੀ ਫੜ ਲਈ ਕਿ ਸ਼ਹਿਰ ਜਾ ਕੇ ਡਾਕਟਰੀ ਦੀ ਪੜ੍ਹਾਈ ਕਰਨੀ ਹੈ। ਮੈਂ ਉਸ ਦੀ ਇਹ ਗੱਲ ਸੁਣ ਕੇ ਪਰੇਸ਼ਾਨ ਹੋ ਜਾਂਦੀ, ਕਿਉਂਕਿ ਅੱਜ ਕੱਲ੍ਹ ਜ਼ਮਾਨਾ ਬਹੁਤ ਖਰਾਬ ਹੈ। ਮੈਂ ਉਸ ਨੂੰ ਕਿਹਾ, ਸਕੂਲ ਜਾਣ ਤੋਂ ਸਿਵਾਏ ਤੂੰ ਅੱਜ ਤੱਕ ਕਦੇ ਘਰ ਤੋਂ ਬਾਹਰ ਨਹੀਂ ਨਿਕਲੀ, ਤਾਂ ਇੰਨੇ ਵੱਡੇ ਸ਼ਹਿਰ ਵਿੱਚ ਇਕੱਲੀ ਕਿਵੇਂ ਰਹੇਂਗੀ। ਪਰ ਮੇਰੀ ਇਕਲੌਤੀ ਕੁੜੀ ਹੋਣ ਕਰਕੇ ਮੈਨੂੰ ਉਸ ਦੀ ਹਰ ਜਿੱਦ ਪਿਆਰੀ ਸੀ ਅਤੇ ਮੈਂ ਸੋਚ ਲਿਆ ਕਿ ਹੁਣ ਆਪਣੀ ਕੁੜੀ ਨੂੰ ਡਾਕਟਰ ਬਣਾਉਣਾ ਹੀ ਹੈ। ਮੈਂ ਆਪਣੇ ਪਤੀ ਨਾਲ ਇਸ ਬਾਰੇ ਵਿੱਚ ਗੱਲ ਕੀਤੀ ਤਾਂ ਉਹਨਾਂ ਨੇ ਵੀ ਬਿਨਾਂ ਕਿਸੇ ਝਿਜਕ ਤੋਂ ਇਜਾਜ਼ਤ ਦੇ ਦਿੱਤੀ। ਮੇਰੀ ਕੁੜੀ ਬਹੁਤ ਖੁਸ਼ ਸੀ। ਹੁਣ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸ਼ਹਿਰ ਜਾਵੇਗੀ, ਉੱਥੇ ਜਾ ਕੇ ਪੜ੍ਹੇਗੀ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰੇਗੀ। ਅਸੀਂ ਉਸ ਦਾ ਐਡਮਿਸ਼ਨ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਕਰਵਾ ਦਿੱਤਾ ਅਤੇ ਉਸ ਨੂੰ ਹੋਸਟਲ ਵਿੱਚ ਭੇਜ ਦਿੱਤਾ। ਮੇਰੇ ਦਿਲ ਵਿੱਚ 100 ਤਰ੍ਹਾਂ ਦੇ ਸਵਾਲ ਸਨ, ਪਰ ਫਿਰ ਵੀ ਆਪਣਾ ਦਿਲ ਮਜ਼ਬੂਤ ਕਰਕੇ ਮੈਂ ਉਸ ਨੂੰ ਭੇਜ ਹੀ ਦਿੱਤਾ। ਪੈਸੇ ਵੀ ਬਹੁਤ ਲੱਗੇ ਸਨ, ਪਰ ਹਾਲੇ ਤਾਂ ਅੱਗੇ ਹੋਰ ਖਰਚਾ ਹੋਣਾ ਸੀ। ਮੈਂ ਘਰ ਵਿੱਚ ਬਹੁਤ ਪਰੇਸ਼ਾਨ ਰਹਿਣ ਲੱਗੀ। ਮੇਰੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਰਹਿੰਦੇ ਕਿ ਕਿਤੇ ਮੇਰੀ ਬੇਟੀ ਨਾਲ ਕੁਝ ਗਲਤ ਨਾ ਹੋ ਜਾਵੇ। ਅਤੇ ਫਿਰ ਇੱਕ ਦਿਨ ਰਾਤ ਨੂੰ ਮੇਰੀ ਕੁੜੀ ਦਾ ਫੋਨ ਆਇਆ ਤਾਂ ਉਹ ਬਹੁਤ ਰੋ ਰਹੀ ਸੀ। ਮੇਰੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਅਤੇ ਉਹ ਰੋਂਦੇ ਰੋਂਦੇ ਬਸ ਇੱਕ ਹੀ ਗੱਲ ਕਹਿ ਰਹੀ ਸੀ ਕਿ ਹੁਣ ਉਸ ਨੂੰ ਹੋਸਟਲ ਵਿੱਚ ਨਹੀਂ ਰਹਿਣਾ ਹੈ, ਉਸ ਨੂੰ ਘਰ ਵਾਪਸ ਆਉਣਾ ਹੈ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੇਰਾ ਪਤੀ ਵੀ ਕੰਮ ਦੇ ਸਿਲਸਿਲੇ ਵਿੱਚ ਬਾਹਰ ਗਿਆ ਹੋਇਆ ਸੀ ਅਤੇ ਮੇਰੀ ਕੁੜੀ ਦੀਆਂ ਰੋ ਰੋ ਕੇ ਹਿਚਕੀਆਂ ਵੀ ਵੱਧਦੀਆਂ ਜਾ ਰਹੀਆਂ ਸਨ। ਮੈਂ ਆਪਣੀ ਕੁੜੀ ਨੂੰ ਤਸੱਲੀ ਦਿੱਤੀ ਕਿ ਮੈਂ ਉਸ ਨੂੰ ਲੈਣ ਲਈ ਆ ਰਹੀ ਹਾਂ, ਬਸ ਉਹ ਇੱਕ ਵਾਰ ਚੁੱਪ ਹੋ ਜਾਵੇ ਅਤੇ ਮੈਨੂੰ ਦੱਸੇ ਕਿ ਆਖਰ ਕੀ ਹੋਇਆ ਹੈ। ਪਰ ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਉਹ ਬਸ ਇੰਨਾ ਹੀ ਕਹਿ ਰਹੀ ਸੀ ਕਿ ਉਹ ਹੋਸਟਲ ਵਿੱਚ ਨਹੀਂ ਰਹਿਣਾ ਚਾਹੁੰਦੀ। ਮੈਂ ਬਹੁਤ ਹੈਰਾਨ ਪਰੇਸ਼ਾਨ ਹੋ ਗਈ ਸੀ ਕਿ ਆਖਰ 2 ਮਹੀਨਿਆਂ ਵਿੱਚ ਅਜਿਹਾ ਕੀ ਹੋ ਗਿਆ ਹੈ ਜੋ ਮੇਰੀ ਧੀ ਹੋਸਟਲ ਵਿੱਚ ਇੰਨਾ ਪਰੇਸ਼ਾਨ ਹੋ ਗਈ ਹੈ ਅਤੇ ਇਹ ਵਾਪਸ ਆਉਣ ਦੀ ਜਿੱਦ ਕਰ ਰਹੀ ਹੈ। ਜਦੋਂ ਮੇਰੇ ਪਤੀ ਕੰਮ ਤੋਂ ਵਾਪਸ ਆਏ ਤਾਂ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਅਤੇ ਉਹ ਵੀ ਪਰੇਸ਼ਾਨ ਹੋ ਗਏ। ਇਸ ਵੇਲੇ ਸਾਡੇ ਪਿੰਡ ਵਿੱਚੋਂ ਸ਼ਹਿਰ ਨੂੰ ਕੋਈ ਬੱਸ ਜਾਂ ਗੱਡੀ ਨਹੀਂ ਜਾਂਦੀ ਸੀ। ਮੈਂ ਆਪਣੀ ਕੁੜੀ ਨੂੰ ਦੁਬਾਰਾ ਫੋਨ ਕੀਤਾ ਅਤੇ ਉਸ ਨੂੰ ਕਿਹਾ, ਬੇਟਾ ਅਸੀਂ ਤੈਨੂੰ ਸਵੇਰੇ ਲੈਣ ਆਵਾਂਗੇ, ਤੂੰ ਫਿਕਰ ਨਾ ਕਰ। ਅਗਲੀ ਸਵੇਰ ਅਸੀਂ ਜਲਦੀ ਹੀ ਦੋਵੇਂ ਪਤੀ ਪਤਨੀ ਆਪਣੀ ਬੇਟੀ ਨੂੰ ਲੈਣ ਲਈ ਹੋਸਟਲ ਚਲੇ ਗਏ। ਉੱਥੇ ਜਾ ਕੇ ਅਸੀਂ ਦੇਖਿਆ ਤਾਂ ਸਾਡੀ ਕੁੜੀ ਦੀ ਹਾਲਤ ਬਹੁਤ ਖਰਾਬ ਸੀ। ਉਸ ਨੂੰ ਬਹੁਤ ਤੇਜ਼ ਬੁਖਾਰ ਸੀ ਅਤੇ ਉਹ ਆਪਣੇ ਕਮਰੇ ਵਿੱਚ ਬਿਸਤਰੇ 'ਤੇ ਲੇਟੀ ਹੋਈ ਸੀ। ਮੈਂ ਉਸ ਦੇ ਕੋਲ ਬੈਠ ਕੇ ਉਸ ਦਾ ਮੋਢਾ ਹਿਲਾਇਆ ਅਤੇ ਉਸ ਨੂੰ ਬੁਲਾਇਆ। ਮੇਰੀ ਆਵਾਜ਼ ਸੁਣਦੇ ਹੀ ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਮੇਰੇ ਗਲ ਲੱਗ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਉਸ ਦੀ ਹਾਲਤ ਦੇਖ ਕੇ ਮੈਂ ਹੋਰ ਜ਼ਿਆਦਾ ਪਰੇਸ਼ਾਨ ਹੋ ਗਈ। ਹੁਣ ਤਾਂ ਮੈਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਜ਼ਰੂਰ ਕੁਝ ਨਾ ਕੁਝ ਤਾਂ ਗਲਤ ਹੋਇਆ ਹੈ। ਮੈਂ ਉਸ ਨੂੰ ਪਿਆਰ ਨਾਲ ਬੁਲਾਉਂਦੇ ਹੋਏ ਕਿਹਾ, ਬੇਟਾ ਕੀ ਹੋਇਆ ਹੈ? ਤਾਂ ਉਸਨੇ ਆਪਣੀਆਂ ਅੱਖਾਂ ਝੁਕਾ ਲਈਆਂ, ਪਰ ਆਪਣੀ ਜ਼ੁਬਾਨ ਵਿੱਚੋਂ ਇੱਕ ਵੀ ਸ਼ਬਦ ਨਹੀਂ ਕੱਢਿਆ। ਉਸਨੇ ਬਸ ਮੈਨੂੰ ਇੰਨਾ ਹੀ ਕਿਹਾ ਕਿ ਮੈਨੂੰ ਕੁਝ ਨਹੀਂ ਹੋਇਆ, ਬਸ ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ, ਮੈਨੂੰ ਵਾਪਸ ਆਪਣੇ ਘਰ ਜਾਣਾ ਹੈ, ਮੇਰਾ ਤੁਹਾਡੇ ਤੋਂ ਬਿਨਾਂ ਇੱਥੇ ਦਿਲ ਨਹੀਂ ਲੱਗਦਾ। ਇਹ ਗੱਲ ਬਹੁਤ ਅਜੀਬ ਸੀ ਕਿ 4 ਮਹੀਨੇ ਹੋਸਟਲ ਵਿੱਚ ਰਹਿਣ ਤੋਂ ਬਾਅਦ ਮੇਰੀ ਕੁੜੀ ਕਹਿ ਰਹੀ ਸੀ ਕਿ ਉਸ ਦਾ ਹੋਸਟਲ ਵਿੱਚ ਦਿਲ ਨਹੀਂ ਲੱਗਦਾ। ਮੈਂ ਆਪਣੇ ਪਤੀ ਨੂੰ ਕਿਹਾ, ਪਰੇਸ਼ਾਨੀ ਦੀ ਕੋਈ ਗੱਲ ਨਹੀਂ ਹੈ, ਬਸ ਉਹ ਹੋਸਟਲ ਵਿੱਚ ਰਹਿੰਦੇ ਹੋਏ ਥੋੜ੍ਹਾ ਜਿਹਾ ਘਬਰਾ ਗਈ ਹੈ। ਅਸੀਂ ਇਸ ਨੂੰ ਕੁਝ ਦਿਨਾਂ ਲਈ ਘਰ ਲੈ ਜਾਂਦੇ ਹਾਂ। ਪ੍ਰਿੰਸੀਪਲ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਆਪਣੀ ਕੁੜੀ ਨੂੰ ਕੁਝ ਦਿਨਾਂ ਲਈ ਘਰ ਲੈ ਆਏ, ਪਰ ਘਰ ਆਉਣ ਤੋਂ ਬਾਅਦ ਵੀ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ, ਬਲਕਿ ਹੋਰ ਵੀ ਵਿਗੜਦੀ ਚਲੀ ਗਈ। ਉਸ ਨੂੰ ਬਹੁਤ ਬੁਖਾਰ ਸੀ ਅਤੇ ਉਹ ਦਿਨ ਬ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ। ਅਸੀਂ ਬਹੁਤ ਸਾਰੇ ਡਾਕਟਰਾਂ ਤੋਂ ਉਸ ਦਾ ਇਲਾਜ ਕਰਵਾਇਆ, ਪਰ ਉਸ ਨੂੰ ਆਰਾਮ ਨਹੀਂ ਹੋ ਰਿਹਾ ਸੀ। ਘੱਟ ਤੋਂ ਘੱਟ 10 ਦਿਨਾਂ ਬਾਅਦ ਉਸ ਦੀ ਹਾਲਤ ਵਿੱਚ ਥੋੜ੍ਹਾ ਸੁਧਾਰ ਆਉਣ ਲੱਗਿਆ ਤਾਂ ਅਸੀਂ ਪਤੀ ਪਤਨੀ ਨੇ ਸੁੱਖ ਦਾ ਸਾਹ ਲਿਆ। ਮੇਰੀ ਕੁੜੀ ਬਹੁਤ ਹਸਮੁਖ ਸੀ, ਪਰ ਜਦੋਂ ਤੋਂ ਉਹ ਬਿਮਾਰ ਹੋਈ ਸੀ ਹਰ ਵੇਲੇ ਆਪਣੇ ਕਮਰੇ ਦੀ ਲਾਈਟ ਬੰਦ ਕਰਕੇ ਅੰਦਰ ਹੀ ਪਈ ਰਹਿੰਦੀ। ਅੱਜ ਮੈਂ ਉਸ ਨੂੰ ਕਮਰੇ ਤੋਂ ਬਾਹਰ ਲੈ ਕੇ ਆਈ ਅਤੇ ਕੁਝ ਦੇਰ ਧੁੱਪ ਵਿੱਚ ਬੈਠਣ ਲਈ ਕਿਹਾ। ਥੋੜ੍ਹੀ ਦੇਰ ਤੱਕ ਤਾਂ ਉਹ ਮੇਰੇ ਨਾਲ ਬੈਠੀ ਰਹੀ, ਪਰ ਉਸਨੇ ਕੋਈ ਗੱਲ ਨਹੀਂ ਕੀਤੀ। ਪਹਿਲਾਂ ਤਾਂ ਉਹ ਸਾਰਾ ਦਿਨ ਮੇਰੇ ਨਾਲ ਗੱਲਾਂ ਕਰਦੀ ਹੋਈ ਥੱਕਦੀ ਨਹੀਂ ਸੀ ਅਤੇ ਹੁਣ ਇੰਨਾ ਚੁੱਪ ਹੋ ਗਈ ਸੀ।
ਹੁਣ ਤਾਂ ਮੈਂ ਜਾਣਨਾ ਚਾਹੁੰਦੀ ਸੀ ਕਿ ਆਖਰ ਹੋਸਟਲ ਵਿੱਚ ਅਜਿਹਾ ਕੀ ਹੋਇਆ ਹੈ ਜਿਸ ਨੇ ਮੇਰੀ ਪਿਆਰੀ ਜਿਹੀ ਧੀ ਨੂੰ ਇੰਨਾ ਮੁਰਝਾ ਦਿੱਤਾ ਹੈ। ਕੁਝ ਦਿਨਾਂ ਬਾਅਦ ਉਸ ਦੀ ਹਾਲਤ ਠੀਕ ਹੋ ਗਈ ਅਤੇ ਉਹ ਪਹਿਲਾਂ ਦੀ ਤਰ੍ਹਾਂ ਹੀ ਸਿਹਤਮੰਦ ਦਿਖਣ ਲੱਗੀ। ਉਸ ਨੂੰ ਦੇਖ ਕੇ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਪਰ ਮੈਨੂੰ ਉਸ ਦੀ ਪੜ੍ਹਾਈ ਦਾ ਵੀ ਬਹੁਤ ਦੁੱਖ ਸੀ। ਉਸ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਸੀ, ਪਰ ਉਸ ਦੀ ਪੜ੍ਹਾਈ ਉਸ ਦੀ ਸਿਹਤ ਤੋਂ ਜ਼ਿਆਦਾ ਜ਼ਰੂਰੀ ਨਹੀਂ ਸੀ। ਜਦੋਂ ਉਹ ਬਿਲਕੁਲ ਠੀਕ ਹੋ ਗਈ ਤਾਂ ਮੈਂ ਉਸ ਨੂੰ ਕਿਹਾ ਕਿ ਬੇਟੇ, ਹੁਣ ਤੈਨੂੰ ਯੂਨੀਵਰਸਿਟੀ ਵਾਪਸ ਜਾਣਾ ਚਾਹੀਦਾ ਹੈ। ਤੇਰੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਮੇਰੀ ਗੱਲ ਸੁਣ ਕੇ ਉਹ ਪਰੇਸ਼ਾਨ ਹੋ ਗਈ। ਮੈਨੂੰ ਉਸ ਦੀ ਪਰੇਸ਼ਾਨੀ ਦੀ ਸਮਝ ਨਹੀਂ ਆਈ, ਪਰ ਕੁਝ ਦੇਰ ਬਾਅਦ ਉਹ ਬੋਲੀ, ਤੁਸੀਂ ਠੀਕ ਕਹਿ ਰਹੇ ਹੋ, ਮੈਨੂੰ ਵਾਪਸ ਜਾਣਾ ਚਾਹੀਦਾ ਹੈ। ਅਗਲੇ ਦਿਨ ਜਦੋਂ ਮੈਂ ਉਸ ਦੇ ਕਮਰੇ ਵਿੱਚ ਗਈ ਤਾਂ ਉਹ ਮੂੰਹ 'ਤੇ ਸਿਰਹਾਣਾ ਰੱਖ ਕੇ ਬਹੁਤ ਰੋ ਰਹੀ ਸੀ। ਮੈਂ ਫਟਾਫਟ ਉਸ ਦੇ ਕੋਲ ਗਈ ਅਤੇ ਉਸ ਦੇ ਮੂੰਹ ਤੋਂ ਸਿਰਹਾਣਾ ਚੁੱਕਿਆ ਅਤੇ ਉਸ ਨੂੰ ਪੁੱਛਿਆ ਕਿ ਕੀ ਹੋਇਆ ਹੈ। ਤਾਂ ਉਹ ਕਹਿਣ ਲੱਗੀ ਕਿ ਮੇਰੇ ਪੇਟ ਵਿੱਚ ਬਹੁਤ ਦਰਦ ਹੋ ਰਿਹਾ ਹੈ, ਜੋ ਕਿ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਮੈਂ ਆਪਣੀ ਧੀ ਨੂੰ ਫਟਾਫਟ ਚੁੱਕਿਆ ਅਤੇ ਉਸ ਨੂੰ ਲੈ ਕੇ ਪਿੰਡ ਦੇ ਕਲੀਨਿਕ ਵਿੱਚ ਆ ਗਈ। ਡਾਕਟਰ ਨੇ ਉਸ ਨੂੰ ਚੈੱਕ ਕੀਤਾ, ਦਵਾਈ ਦਿੱਤੀ ਅਤੇ ਕਿਹਾ ਕੁਝ ਦਿਨ ਦਵਾਈ ਖਾਣ ਤੋਂ ਬਾਅਦ ਇਹ ਬਿਲਕੁਲ ਠੀਕ ਹੋ ਜਾਵੇਗੀ। ਘਰ ਆ ਕੇ ਮੈਂ ਉਸ ਨੂੰ ਦਵਾਈ ਦਿੱਤੀ ਅਤੇ ਥੋੜੀ ਦੇਰ ਬਾਅਦ ਉਸ ਦਾ ਹਾਲ ਚਾਲ ਪੁੱਛਿਆ ਤਾਂ ਉਸਨੇ ਕਿਹਾ ਹੁਣ ਦਰਦ ਘੱਟ ਹੈ। ਹੁਣ ਮੇਰਾ ਦਿਲ ਹਰ ਵੇਲੇ ਬੇਚੈਨ ਰਹਿਣ ਲੱਗਿਆ। ਮੇਰੀ ਇੱਕ ਹੀ ਧੀ ਹੈ ਅਤੇ ਉਹ ਵੀ ਹਰ ਵੇਲੇ ਬਿਮਾਰ ਰਹਿਣ ਲੱਗੀ। ਇਹ ਸੋਚ ਕੇ ਮੈਂ ਦੁਖੀ ਹੋ ਜਾਂਦੀ ਸੀ। ਹੁਣ ਤਾਂ ਇਹ ਰੋਜ਼ ਹੀ ਹੋਣ ਲੱਗਿਆ। ਉਸ ਦੇ ਪੇਟ ਵਿੱਚ ਬਹੁਤ ਦਰਦ ਉੱਠਦਾ ਅਤੇ ਮੈਂ ਉਸ ਨੂੰ ਕਲੀਨਿਕ ਲੈ ਜਾਂਦੀ। ਡਾਕਟਰ ਉਸ ਨੂੰ ਅਲਟਰਾਸਾਊਂਡ ਵਾਲੇ ਕਮਰੇ ਵਿੱਚ 10 ਮਿੰਟ ਤੱਕ ਚੈੱਕ ਕਰਦਾ ਅਤੇ ਉਸ ਨੂੰ ਦਵਾਈ ਦਿੰਦਾ। ਕੁਝ ਦੇਰ ਤੱਕ ਉਹ ਠੀਕ ਹੋ ਜਾਂਦੀ। ਮੈਨੂੰ ਕਦੇ-ਕਦੇ ਲੱਗਦਾ ਕਿ ਦਾਲ ਵਿੱਚ ਜ਼ਰੂਰ ਕੁਝ ਕਾਲਾ ਹੈ, ਪਰ ਫਿਰ ਵੀ ਮੈਂ ਆਪਣੇ ਵਿਚਾਰਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਮੇਰੇ ਪਤੀ ਨੇ ਮੈਨੂੰ ਕਿਹਾ ਕਿ ਸਾਡੀ ਕੁੜੀ ਦੀ ਹੁਣ ਵਿਆਹ ਦੀ ਉਮਰ ਹੈ। ਉਹ ਹੋਸਟਲ ਨਹੀਂ ਜਾਣਾ ਚਾਹੁੰਦੀ ਅਤੇ ਅੱਗੇ ਪੜ੍ਹਨਾ ਵੀ ਨਹੀਂ ਚਾਹੁੰਦੀ। ਅਸੀਂ ਉਸ ਦਾ ਵਿਆਹ ਕਰ ਦਿੰਦੇ ਹਾਂ। ਮੈਂ ਪਰੇਸ਼ਾਨ ਸੀ ਕਿ ਹੁਣ ਆਪਣੇ ਪਤੀ ਨੂੰ ਕਿਵੇਂ ਦੱਸਾਂ ਕਿ ਇਸ ਦੀ ਤਾਂ ਸਿਹਤ ਹੀ ਖਰਾਬ ਹੈ। ਹੁਣ ਹਰ ਵੇਲੇ ਉਸ ਦੇ ਪੇਟ ਵਿੱਚ ਦਰਦ ਰਹਿਣ ਲੱਗਿਆ, ਪਰ ਮੈਂ ਆਪਣੇ ਪਤੀ ਨੂੰ ਕੋਈ ਗੱਲ ਨਹੀਂ ਦੱਸੀ ਅਤੇ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਉਂਦੀ ਰਹੀ। ਇੱਕ ਦਿਨ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਉਹਨਾਂ ਦੇ ਦੋਸਤ ਦਾ ਮੁੰਡਾ ਡਾਕਟਰ ਹੈ। ਉਹ ਸਾਡੇ ਘਰ ਰਿਸ਼ਤਾ ਲੈ ਕੇ ਆਉਣਾ ਚਾਹੁੰਦਾ ਹੈ। ਮੈਂ ਕਿਹਾ ਠੀਕ ਹੈ, ਤੁਸੀਂ ਬੁਲਾ ਲਓ। ਫਿਰ ਸਾਡੇ ਘਰ ਮੁੰਡਾ ਅਤੇ ਉਸ ਦੀ ਮਾਂ ਆਏ। ਸਾਨੂੰ ਮੁੰਡਾ ਬਹੁਤ ਪਸੰਦ ਆਇਆ। ਉਹਨਾਂ ਦਾ ਸ਼ਹਿਰ ਵਿੱਚ ਘਰ ਸੀ, ਪਰ ਉਹ ਪਿੰਡ ਦੀ ਸੁਲਝੀ ਹੋਈ ਕੁੜੀ ਦਾ ਰਿਸ਼ਤਾ ਲੈਣਾ ਚਾਹੁੰਦੇ ਸਨ, ਜੋ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਸਕੇ ਅਤੇ ਮੇਰੇ ਪਤੀ ਵੀ ਉਹਨਾਂ ਦੇ ਦੋਸਤ ਸਨ। ਇਸ ਲਈ ਸਾਨੂੰ ਵੀ ਕੋਈ ਇਤਰਾਜ਼ ਨਹੀਂ ਸੀ ਅਤੇ ਨਾ ਹੀ ਉਹਨਾਂ ਨੂੰ ਕੋਈ ਇਤਰਾਜ਼ ਸੀ। ਇਸ ਲਈ ਅਸੀਂ ਰਿਸ਼ਤਾ ਪੱਕਾ ਕਰ ਦਿੱਤਾ। 2 ਮਹੀਨੇ ਬਾਅਦ ਵਿਆਹ ਦੀ ਤਾਰੀਖ ਵੀ ਪੱਕੀ ਹੋ ਗਈ। ਹੁਣ ਮੇਰੀ ਕੁੜੀ ਵੀ ਇੱਕਦਮ ਠੀਕ ਹੋ ਗਈ। ਇਸ ਗੱਲ ਨੇ ਮੈਨੂੰ ਹੈਰਾਨੀ ਦੇ ਨਾਲ-ਨਾਲ ਖੁਸ਼ ਵੀ ਕਰ ਦਿੱਤਾ ਅਤੇ ਉਹ ਦਿਨ ਵੀ ਆ ਗਿਆ ਜਦੋਂ ਮੈਂ ਆਪਣੀ ਪਿਆਰੀ ਜਿਹੀ ਧੀ ਨੂੰ ਵਿਦਾ ਕਰ ਦਿੱਤਾ। ਉਸ ਦੇ ਜਾਣ ਤੋਂ ਬਾਅਦ ਸਾਡਾ ਘਰ ਬਹੁਤ ਸੁੰਨਾ ਹੋ ਗਿਆ। ਮੇਰੀ ਬੇਟੀ ਜਦੋਂ ਸਾਨੂੰ ਮਿਲਣ ਲਈ ਆਉਂਦੀ ਤਾਂ ਹਮੇਸ਼ਾ ਇਹੀ ਕਹਿੰਦੀ ਕਿ ਉਹ ਬਹੁਤ ਖੁਸ਼ ਹੈ। ਉਸ ਦੀ ਇਹ ਗੱਲ ਸੁਣ ਕੇ ਮੇਰੇ ਦਿਲ ਨੂੰ ਬਹੁਤ ਚੈਨ ਮਿਲਦਾ। ਅਤੇ ਫਿਰ ਇੱਕ ਦਿਨ ਉਸ ਦੇ ਸਹੁਰੇ ਘਰ ਵਾਲਿਆਂ ਦਾ ਫੋਨ ਆਇਆ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਹੀ ਨਿਕਲ ਗਈ। ਅਸੀਂ ਜਿਵੇਂ ਹੀ ਆਪਣੀ ਕੁੜੀ ਦੇ ਸਹੁਰੇ ਘਰ ਪਹੁੰਚੇ ਤਾਂ ਉਸਨੇ ਦੱਸਿਆ ਕਿ ਮੇਰੀ ਸੱਸ ਸਵੇਰ ਦੀ ਘਰ ਤੋਂ ਗਈ ਹੋਈ ਹੈ ਅਤੇ ਹੁਣ ਤੱਕ ਵਾਪਸ ਨਹੀਂ ਆਈ। ਅਸੀਂ ਪੂਰੇ ਮੁਹੱਲੇ ਵਿੱਚ ਛਾਣਬੀਣ ਕਰ ਲਈ, ਪਰ ਕਿਸੇ ਨੇ ਵੀ ਉਹਨਾਂ ਨੂੰ ਨਹੀਂ ਦੇਖਿਆ। ਅਸੀਂ ਸਭ ਨੇ ਮਿਲ ਕੇ ਬਹੁਤ ਛਾਣਬੀਣ ਕੀਤੀ, ਪਰ ਉਸ ਦੀ ਸੱਸ ਕਿਤੇ ਨਹੀਂ ਮਿਲੀ। ਫਿਰ ਮੇਰੇ ਪਤੀ ਨੇ ਆਪਣੇ ਦੋਸਤ ਦੇ ਜ਼ਰੀਏ ਪੁਲਿਸ ਵਿੱਚ ਕੰਪਲੇਂਟ ਕਰ ਦਿੱਤੀ। ਪੁਲਿਸ ਵੀ ਆ ਗਈ, ਪਰ ਹਾਲੇ ਤੱਕ ਮੇਰੀ ਕੁੜੀ ਦੀ ਸੱਸ ਦੇ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਲੱਗ ਸਕਿਆ ਸੀ ਕਿ ਆਖਿਰ ਉਹ ਕਿੱਥੇ ਚਲੀ ਗਈ। ਉਹਨਾਂ ਦੇ ਘਰ ਵਿੱਚ ਜਿਵੇਂ ਇੱਕਦਮ ਭੁਚਾਲ ਹੀ ਆ ਗਿਆ। ਸ਼ਾਮ ਨੂੰ ਅਸੀਂ ਆਪਣੇ ਘਰ ਵਾਪਸ ਆ ਗਏ। ਮੇਰੀ ਕੁੜੀ ਦਾ ਪਤੀ ਆਪਣੇ ਕਿਸੇ ਕੰਮ ਦੇ ਸਿਲਸਿਲੇ ਵਿੱਚ ਬਾਹਰਲੇ ਦੇਸ਼ ਗਿਆ ਹੋਇਆ ਸੀ। 1 ਮਹੀਨੇ ਬਾਅਦ ਉਸ ਦਾ ਪਤੀ ਵੀ ਵਾਪਸ ਆ ਗਿਆ, ਪਰ ਉਸ ਦੀ ਸੱਸ ਦਾ ਹਾਲੇ ਤੱਕ ਕੋਈ ਅਤਾ ਪਤਾ ਨਹੀਂ ਸੀ। 2 ਹਫ਼ਤਿਆਂ ਬਾਅਦ ਇੱਕ ਦਿਨ ਅਚਾਨਕ ਹੀ ਮੇਰੀ ਕੁੜੀ ਸ਼ਾਮ ਨੂੰ ਆਪਣੇ ਕੱਪੜਿਆਂ ਦਾ ਬੈਗ ਲੈ ਕੇ ਘਰ ਆ ਗਈ। ਉਹ ਬਹੁਤ ਪਰੇਸ਼ਾਨ ਸੀ। ਮੈਂ ਉਸ ਨੂੰ ਬਿਠਾਇਆ ਅਤੇ ਪਾਣੀ ਪਿਲਾਇਆ। ਫਿਰ ਪੁੱਛਿਆ ਕਿ ਕੀ ਹੋਇਆ ਹੈ, ਤਾਂ ਉਹ ਕਹਿਣ ਲੱਗੀ, ਮੰਮੀ ਮੈਨੂੰ ਮਾफ़ ਕਰ ਦਿਓ, ਮੈਂ ਬਹੁਤ ਬੁਰੀ ਹਾਂ। ਉਸ ਦੀ ਗੱਲ ਸੁਣ ਕੇ ਮੈਂ ਬਹੁਤ ਹੈਰਾਨ ਹੋਈ ਅਤੇ ਉਸ ਨੂੰ ਕਹਿਣ ਲੱਗੀ, ਆਖਿਰ ਤੂੰ ਅਜਿਹਾ ਕਿਉਂ ਕਹਿ ਰਹੀ ਹੈ?
ਤਾਂ ਉਸਨੇ ਮੈਨੂੰ ਜੋ ਗੱਲਾਂ ਦੱਸੀਆਂ ਉਹਨਾਂ ਨੂੰ ਸੁਣ ਕੇ ਇੱਕ ਵਾਰ ਤਾਂ ਮੈਂ ਕੰਬ ਕੇ ਰਹਿ ਗਈ। ਮੇਰੀ ਕੁੜੀ ਨੇ ਦੱਸਿਆ ਕਿ ਉਸਦੀ ਸੱਸ ਦੇ ਗਾਇਬ ਹੋ ਜਾਣ ਤੋਂ ਬਾਅਦ ਉਸਦਾ ਪਤੀ ਜਦੋਂ ਵਿਦੇਸ਼ ਤੋਂ ਵਾਪਸ ਆਇਆ ਤਾਂ ਉਹ ਵੀ ਬਹੁਤ ਪਰੇਸ਼ਾਨ ਸੀ। ਉਸਨੇ ਆਪਣੀ ਮਾਂ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਉਸਦਾ ਕੋਈ ਪਤਾ ਨਾ ਲੱਗ ਸਕਿਆ। ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਉਹ ਆਪਣੀ ਮਾਂ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੈ, ਇਸ ਲਈ ਸ਼ਾਇਦ ਉਹ ਮੈਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਪਰ ਕੁਝ ਦਿਨਾਂ ਬਾਅਦ ਉਸਨੇ ਮੈਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਕਿਹਾ ਕਿ ਜਦੋਂ ਤੋਂ ਤੁਸੀਂ ਆਏ ਹੋ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਤਾਂ ਉਹ ਮੈਨੂੰ ਕਹਿਣ ਲੱਗਿਆ, ਮੈਂ ਆਪਣੇ ਕੰਮ ਵਿੱਚ ਬਿਜ਼ੀ ਹਾਂ, ਮੇਰੇ ਕੋਲ ਕਿਸੇ ਦੀ ਪਰਵਾਹ ਕਰਨ ਦਾ ਸਮਾਂ ਨਹੀਂ ਹੈ। ਆਪਣੇ ਪਤੀ ਦਾ ਇਹ ਜਵਾਬ ਸੁਣ ਕੇ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਇਹ ਉਹੀ ਆਦਮੀ ਹੈ ਜੋ ਮੇਰੇ ਨਾਲ ਇੰਨੇ ਮਿੱਠੇ ਸ਼ਬਦਾਂ ਵਿੱਚ ਗੱਲ ਕਰਦਾ ਸੀ ਅਤੇ ਹੁਣ ਇੰਨਾ ਕੌੜਾ ਬੋਲ ਰਿਹਾ ਹੈ। ਮੈਂ ਉਸ ਨੂੰ ਪੁੱਛਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਮੇਰੇ ਤੋਂ ਜੇਕਰ ਕੋਈ ਗਲਤੀ ਹੋ ਗਈ ਹੈ ਤਾਂ ਮੈਨੂੰ ਦੱਸੋ, ਪਰ ਉਸਨੇ ਕੁਝ ਨਹੀਂ ਕਿਹਾ। ਕੁਝ ਦਿਨਾਂ ਬਾਅਦ ਮੈਨੂੰ ਇੰਜ ਲੱਗਿਆ ਜਿਵੇਂ ਘਰ ਵਿੱਚ ਕਿਸੇ ਚੀਜ਼ ਦੀ ਤਿਆਰੀ ਚੱਲ ਰਹੀ ਹੈ। ਮੈਂ ਰਸੋਈ ਵਿੱਚ ਗਈ ਤਾਂ ਮੇਰੀ ਨਣਦ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਰਹੀ ਸੀ। ਮੈਂ ਉਸ ਨੂੰ ਪੁੱਛਿਆ ਕਿ ਕੀ ਹੋਇਆ ਹੈ, ਇੰਨੀਆਂ ਤਿਆਰੀਆਂ ਕਿਸ ਲਈ ਹੋ ਰਹੀਆਂ ਹਨ? ਤਾਂ ਉਸਨੇ ਆਕੜ ਕੇ ਜਵਾਬ ਦਿੰਦੇ ਹੋਏ ਕਿਹਾ, ਅੱਜ ਘਰ ਵਿੱਚ ਕੁਝ ਮਹਿਮਾਨ ਆਉਣ ਵਾਲੇ ਹਨ ਅਤੇ ਤੂੰ ਆਪਣੇ ਕਮਰੇ ਵਿੱਚ ਹੀ ਰਹੀਂ। ਜੇਕਰ ਤੂੰ ਬਾਹਰ ਆਈ ਤਾਂ ਚੰਗਾ ਨਹੀਂ ਹੋਵੇਗਾ। ਆਪਣੀ ਨਣਦ ਦਾ ਇਹ ਵਰਤਾਓ ਦੇਖ ਕੇ ਮੈਂ ਹੈਰਾਨ ਰਹਿ ਗਈ। ਮੈਂ ਉਸ ਨੂੰ ਪੁੱਛਣਾ ਚਾਹੁੰਦੀ ਸੀ ਕਿ ਮੈਂ ਆਪਣੇ ਕਮਰੇ ਵਿੱਚ ਕਿਉਂ ਰਹਾਂ, ਪਰ ਉਸ ਵੇਲੇ ਮੇਰਾ ਬਹਿਸ ਕਰਨ ਦਾ ਬਿਲਕੁਲ ਵੀ ਮਨ ਨਹੀਂ ਸੀ। ਇਸ ਲਈ ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ। ਮੈਨੂੰ ਬਾਹਰ ਤੋਂ ਗੱਲਾਂ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੇਰਾ ਪਤੀ ਅਤੇ ਨਣਦ ਦੋਵੇਂ ਬਹੁਤ ਖੁਸ਼ ਲੱਗ ਰਹੇ ਸਨ। ਮੇਰੀ ਤਬੀਅਤ ਬਹੁਤ ਖਰਾਬ ਸੀ, ਪਰ ਮੈਂ ਕਿਸੇ ਨੂੰ ਨਹੀਂ ਦੱਸਿਆ। ਪਿਛਲੇ ਕੁਝ ਦਿਨਾਂ ਤੋਂ ਮੈਨੂੰ ਬਹੁਤ ਚੱਕਰ ਆ ਰਹੇ ਸਨ। ਅੱਜ ਵੀ ਮੈਨੂੰ ਬਹੁਤ ਚੱਕਰ ਆਉਣ ਲੱਗੇ ਅਤੇ ਨਾਲ ਹੀ ਉਲਟੀਆਂ ਵੀ ਲੱਗ ਗਈਆਂ। ਮੈਂ ਬਹੁਤ ਘਬਰਾ ਗਈ। ਉਸੇ ਵੇਲੇ ਮੇਰੀ ਨਣਦ ਮੇਰੇ ਪਤੀ ਨੂੰ ਲੈ ਕੇ ਕਮਰੇ ਵਿੱਚ ਆਈ ਅਤੇ ਉਸਦੇ ਮੂੰਹ ਵਿੱਚੋਂ ਜੋ ਗੱਲਾਂ ਨਿਕਲ ਰਹੀਆਂ ਸਨ ਉਹਨਾਂ ਨੂੰ ਸੁਣ ਕੇ ਮੈਨੂੰ ਇੰਜ ਲੱਗਿਆ ਜਿਵੇਂ ਇਸੇ ਵੇਲੇ ਜ਼ਮੀਨ ਫਟ ਜਾਵੇ ਅਤੇ ਮੈਂ ਉਸਦੇ ਅੰਦਰ ਸਮਾ ਜਾਵਾਂ। ਆਪਣੇ ਉੱਪਰ ਲਗਾਏ ਜਾਣ ਵਾਲੇ ਇੰਨੇ ਘਟੀਆ ਇਲਜ਼ਾਮ ਸੁਣ ਕੇ ਜਿਵੇਂ ਮੈਂ ਪਾਗਲ ਹੁੰਦੀ ਜਾ ਰਹੀ ਸੀ। ਮੇਰੀ ਨਣਦ ਨੇ ਕਿਹਾ, ਇਹ ਕਿਸ ਦਾ ਪਾਪ ਪਾਲ ਰਹੀ ਹੈ ਜੋ ਇਸ ਦੀ ਇਹ ਹਾਲਤ ਹੋ ਰਹੀ ਹੈ। ਮੈਂ ਚਕਰਾਉਂਦੇ ਸਿਰ ਨਾਲ ਬੈੱਡ 'ਤੇ ਬੈਠ ਗਈ। ਮੇਰਾ ਪਤੀ ਮੇਰੇ ਕੋਲ ਆਇਆ ਅਤੇ ਉਸਨੇ ਮੈਨੂੰ 2 ਥੱਪੜ ਮਾਰੇ ਤੇ ਮੈਨੂੰ ਕਿਹਾ, ਦੱਸ ਗੰਦੀ ਔਰਤ, ਤੇਰੇ ਪੇਟ ਵਿੱਚ ਕਿਸ ਦਾ ਪਾਪ ਪਲ ਰਿਹਾ ਹੈ? ਮੈਂ ਦਿਲ ਵਿੱਚ ਸੋਚਣ ਲੱਗੀ ਕਿ ਇੱਕ ਡਾਕਟਰ ਹੋ ਕੇ ਇਹ ਅਜਿਹਾ ਕਿਵੇਂ ਕਰ ਸਕਦਾ ਹੈ। ਮੈਂ ਪੱਕਾ ਇਰਾਦਾ ਕਰ ਲਿਆ ਸੀ ਕਿ ਮੈਂ ਕਦੇ ਵੀ ਉਹਨਾਂ ਨੂੰ ਨਹੀਂ ਦੱਸਾਂਗੀ ਕਿ ਮੇਰੀ ਇਹ ਹਾਲਤ ਕਿਸ ਕਰਕੇ ਹੈ। ਚੱਕਰ ਤਾਂ ਮੈਨੂੰ ਪਹਿਲਾਂ ਹੀ ਆ ਰਹੇ ਸਨ ਅਤੇ ਥੱਪੜਾਂ ਕਰਕੇ ਮੈਂ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਦੇਖਿਆ ਕਮਰੇ ਵਿੱਚ ਕੋਈ ਨਹੀਂ ਸੀ ਅਤੇ ਬਾਹਰੋਂ ਮਹਿਮਾਨਾਂ ਦੇ ਬੋਲਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਂ ਉੱਠ ਕੇ ਦਰਵਾਜ਼ੇ ਤੱਕ ਆਈ ਤਾਂ ਬਾਹਰ ਤੋਂ ਆਵਾਜ਼ ਆ ਰਹੀ ਸੀ ਕਿ ਅਸੀਂ ਇਹ ਰਿਸ਼ਤਾ ਪੱਕਾ ਸਮਝੀਏ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਉੱਪਰ ਇੰਨਾ ਘਟੀਆ ਇਲਜ਼ਾਮ ਲਗਾ ਕੇ ਇਹ ਕਿਸ ਦਾ ਰਿਸ਼ਤਾ ਪੱਕਾ ਕਰ ਰਹੇ ਸਨ। ਰਾਤ ਨੂੰ ਜਦੋਂ ਮੇਰਾ ਪਤੀ ਮੇਰੇ ਕਮਰੇ ਵਿੱਚ ਆਇਆ ਤਾਂ ਉਸਨੇ ਮੈਨੂੰ ਕਿਹਾ, ਤੂੰ ਆਪਣੇ ਘਰ ਜਾ ਸਕਦੀ ਹੈ, ਮੈਂ ਦੁਬਾਰਾ ਵਿਆਹ ਕਰ ਰਿਹਾ ਹਾਂ। ਤਾਂ ਮੈਂ ਆਪਣੇ ਪਤੀ ਨੂੰ ਕਿਹਾ, ਹੁਣ ਇਸ ਘਰ ਵਿੱਚੋਂ ਮੇਰੀ ਅਰਥੀ ਹੀ ਨਿਕਲੇਗੀ। ਤਾਂ ਮੇਰੀ ਗੱਲ ਸੁਣ ਕੇ ਉਹ ਅੱਗ ਬਬੂਲਾ ਹੋ ਗਿਆ ਤੇ ਕਹਿਣ ਲੱਗਿਆ, ਜਦੋਂ ਪਾਪ ਕਰ ਰਹੀ ਸੀ ਉਸ ਵੇਲੇ ਕੁਝ ਯਾਦ ਨਹੀਂ ਆਇਆ। ਮੈਂ ਇੱਕ ਵਾਰ ਫਿਰ ਚੁੱਪ ਹੋ ਗਈ। ਅਗਲੇ ਦਿਨ ਮੈਨੂੰ ਪਤਾ ਲੱਗਿਆ ਕਿ ਕੁੜੀ ਵਾਲਿਆਂ ਨੂੰ ਕਿਸੇ ਨੇ ਦੱਸ ਦਿੱਤਾ ਹੈ ਕਿ ਮੇਰਾ ਪਤੀ ਵਿਆਹਿਆ ਹੋਇਆ ਹੈ ਅਤੇ ਉਹਨਾਂ ਨੇ ਵਿਆਹ ਤੋਂ ਮਨਾ ਕਰ ਦਿੱਤਾ। ਮੇਰੇ ਪਤੀ ਨੇ ਅਲੱਗ ਕਮਰੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਮੈਂ ਪਤਾ ਲਗਾਉਣਾ ਚਾਹੁੰਦੀ ਸੀ ਕਿ ਆਖਰ ਮੇਰੇ ਪਤੀ ਅਤੇ ਨਣਦ ਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ ਹੈ। ਇਹ ਜਾਣਨ ਲਈ ਮੈਂ ਸੋਚਿਆ ਕਿ ਉਸਦੇ ਕਮਰੇ ਵਿੱਚ ਜਾ ਕੇ ਦੇਖਦੀ ਹਾਂ। ਰਾਤ ਨੂੰ ਮੈਂ ਉਸਦੇ ਕਮਰੇ ਵਿੱਚ ਸੌਣ ਲਈ ਗਈ ਤਾਂ ਮੈਨੂੰ ਦੇਖ ਕੇ ਉਹ ਪਰੇਸ਼ਾਨ ਜਿਹੀ ਹੋ ਗਈ। ਮੈਂ ਉਸ ਨੂੰ ਕਿਹਾ, ਮੈਨੂੰ ਆਪਣੇ ਕਮਰੇ ਵਿੱਚ ਡਰ ਲੱਗ ਰਿਹਾ ਹੈ, ਇਸ ਲਈ ਮੈਂ ਤੁਹਾਡੇ ਨਾਲ ਸੌਣ ਆਈ ਹਾਂ। ਮੈਂ ਜਾ ਕੇ ਆਰਾਮ ਨਾਲ ਬੈੱਡ 'ਤੇ ਲੇਟ ਗਈ। 5 ਮਿੰਟ ਬਾਅਦ ਮੈਂ ਥੋੜ੍ਹੀ ਜਿਹੀਆਂ ਅੱਖਾਂ ਖੋਲ੍ਹ ਕੇ ਦੇਖਿਆ ਤਾਂ ਉਹ ਕਮਰੇ ਦੇ ਵਿਚਕਾਰ ਇੱਕ ਕੱਪੜਾ ਵਿਛਾ ਕੇ ਉਸ ਉੱਪਰ ਬੈਠ ਗਈ ਅਤੇ ਕੁਝ ਪੜ੍ਹ ਰਹੀ ਸੀ ਅਤੇ ਅਜਿਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਉਸਦਾ ਮਾਨਸਿਕ ਸੰਤੁਲਨ ਖੋ ਗਿਆ ਹੋਵੇ। ਥੋੜ੍ਹੀ ਦੇਰ ਬਾਅਦ ਉਹ ਮੇਰੇ ਨੇੜੇ ਆਈ ਅਤੇ ਮੇਰਾ ਦਿਲ ਡਰ ਦੇ ਮਾਰੇ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ।
ਮੈਨੂੰ ਅਜਿਹਾ ਲੱਗਿਆ ਜਿਵੇਂ ਉਹ ਹੁਣੇ ਮੈਨੂੰ ਕੁਝ ਕਰ ਦੇਵੇਗੀ, ਪਰ ਉਹ ਚੁੱਪਚਾਪ ਮੇਰੇ ਕੋਲ ਆ ਕੇ ਬੈਠ ਗਈ। ਉਸ ਦੀਆਂ ਗੱਲਾਂ ਸੁਣ ਕੇ ਮੇਰੇ ਸਿਰ ਤੇ ਜਿਵੇਂ ਅਸਮਾਨ ਹੀ ਡਿੱਗ ਗਿਆ ਹੋਵੇ ਅਤੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਹੋਵੇ। ਉਹ ਮੈਨੂੰ ਕਹਿਣ ਲੱਗੀ, ਭਾਬੀ ਤੂੰ ਕਿੰਨੀ ਢੀਠ ਹੈ। ਮੈਂ ਹਰ ਕੋਸ਼ਿਸ਼ ਕੀਤੀ ਤੈਨੂੰ ਘਰ ਵਿੱਚੋਂ ਕੱਢਣ ਦੀ, ਪਰ ਤੂੰ ਨਿਕਲ ਹੀ ਨਹੀਂ ਰਹੀ। ਤੇਰਾ ਪਤੀ ਵੀ ਤੇਰਾ ਨਹੀਂ ਰਿਹਾ। ਹੁਣ ਤੂੰ ਪੂਰੀ ਤਰ੍ਹਾਂ ਇਕੱਲੀ ਹੋ ਗਈ ਹੈ। ਜੇਕਰ ਮੈਂ ਖੁਸ਼ ਨਹੀਂ ਹਾਂ ਤਾਂ ਤੈਨੂੰ ਵੀ ਖੁਸ਼ ਨਹੀਂ ਰਹਿਣ ਦੇਵਾਂਗੀ। ਮੈਂ ਇੰਨਾ ਕੁਝ ਕਰ ਲਿਆ, ਪਰ ਤੂੰ ਫਿਰ ਵੀ ਨਹੀਂ ਨਿਕਲੀ। ਮੈਂ ਤੇਰੇ ਮੋਬਾਈਲ ਫੋਨ ਤੋਂ ਤੇਰੇ ਪਤੀ ਨੂੰ ਨਕਲੀ ਮੈਸੇਜ ਭੇਜੇ, ਜਿਸ ਨਾਲ ਉਸਨੂੰ ਪੱਕਾ ਯਕੀਨ ਹੋ ਗਿਆ ਕਿ ਤੂੰ ਕਿਸੇ ਹੋਰ ਮਰਦ ਨਾਲ ਗੱਲਾਂ ਕਰਦੀ ਹੈ ਅਤੇ ਤੇਰੇ ਦੂਜੇ ਆਦਮੀਆਂ ਨਾਲ ਸੰਬੰਧ ਹਨ। ਫਿਰ ਮੈਂ ਆਪਣੇ ਭਾਈ ਦਾ ਦੂਜਾ ਵਿਆਹ ਕਰਵਾਉਣ ਬਾਰੇ ਸੋਚਿਆ। ਉਸ ਦਾ ਰਿਸ਼ਤਾ ਵੀ ਤੈਅ ਹੋ ਗਿਆ ਅਤੇ ਤੇਰੇ ਸਿਰ ਦਰਦ ਅਤੇ ਉਲਟੀ ਨੇ ਮੇਰਾ ਕੰਮ ਹੋਰ ਵੀ ਆਸਾਨ ਕਰ ਦਿੱਤਾ। ਮੈਨੂੰ ਰਾਤ ਨੂੰ ਪਤਾ ਲੱਗ ਗਿਆ ਕਿ ਤੈਨੂੰ ਕੈਂਸਰ ਹੈ ਅਤੇ ਤੂੰ ਬਹੁਤ ਜਲਦ ਮਰਨ ਵਾਲੀ ਹੈ। ਤਾਂ ਹੁਣ ਤੈਨੂੰ ਮਾਰਨ ਦਾ ਮੇਰਾ ਕੋਈ ਇਰਾਦਾ ਨਹੀਂ ਹੈ। ਅਤੇ ਜਦੋਂ ਇਸ ਗੱਲ ਦਾ ਪਤਾ ਮੇਰੀ ਮਾਂ ਨੂੰ ਚੱਲਿਆ ਤਾਂ ਉਹ ਮੈਨੂੰ ਰੋਕਣਾ ਚਾਹੁੰਦੀ ਸੀ। ਉਹ ਚਾਹੁੰਦੀ ਸੀ ਕਿ ਉਸਦੇ ਬੇਟੇ ਦਾ ਘਰ ਖਰਾਬ ਨਾ ਹੋਵੇ। ਫਿਰ ਮੈਂ ਵੀ ਹਮੇਸ਼ਾ ਲਈ ਆਪਣੀ ਮਾਂ ਨੂੰ ਰਸਤੇ ਤੋਂ ਹਟਾ ਦਿੱਤਾ। ਮੈਂ ਆਪਣੀ ਸਗੀ ਮਾਂ ਨੂੰ ਮਾਰ ਦਿੱਤਾ ਅਤੇ ਇਸ ਗੱਲ ਦਾ ਪਤਾ ਅੱਜ ਤੱਕ ਕਿਸੇ ਨੂੰ ਵੀ ਨਹੀਂ ਲੱਗ ਸਕਿਆ। ਭਾਬੀ ਤੂੰ ਇਸ ਘਰ ਵਿੱਚ ਆ ਕੇ ਮੇਰੇ ਭਾਈ ਨਾਲ ਵਿਆਹ ਕਰਕੇ ਬਹੁਤ ਗਲਤ ਕੀਤਾ। ਮੈਂ ਆਪਣੀ ਸਹੇਲੀ ਨਾਲ ਉਸਦਾ ਵਿਆਹ ਕਰਵਾਉਣਾ ਚਾਹੁੰਦੀ ਸੀ, ਪਰ ਮੇਰੇ ਭਾਈ ਨੇ ਕਿਹਾ ਕਿ ਉਹ ਆਪਣੀ ਪਸੰਦ ਨਾਲ ਵਿਆਹ ਕਰਵਾਏਗਾ ਅਤੇ ਉਹ ਤੈਨੂੰ ਪਸੰਦ ਕਰਦਾ ਸੀ। ਕੁਝ ਸਾਲ ਪਹਿਲਾਂ ਤੂੰ ਅਤੇ ਮੈਂ ਇੱਕ ਹੀ ਸਕੂਲ ਵਿੱਚ ਪੜ੍ਹਦੇ ਸੀ ਅਤੇ ਤੂੰ ਹਮੇਸ਼ਾ ਫਸਟ ਆਉਂਦੀ ਸੀ ਅਤੇ ਮੈਂ ਪਿੱਛੇ ਰਹਿ ਜਾਂਦੀ ਸੀ। ਮੈਂ ਉਸੇ ਵੇਲੇ ਸੋਚ ਲਿਆ ਸੀ ਕਿ ਮੈਂ ਤੈਨੂੰ ਬਰਬਾਦ ਕਰ ਦੇਵਾਂਗੀ, ਪਰ ਫਿਰ ਤੁਸੀਂ ਪਿੰਡ ਚਲੇ ਗਏ ਅਤੇ ਉਸ ਤੋਂ ਬਾਅਦ ਜਦੋਂ ਤੂੰ ਵਿਆਹ ਕਰਕੇ ਇਸ ਘਰ ਵਿੱਚ ਆਈ ਤਾਂ ਤੈਨੂੰ ਦੇਖਦੇ ਹੀ ਮੈਂ ਕਿਹਾ ਸੀ, ਹੁਣ ਤੂੰ ਨਹੀਂ ਬਚੇਂਗੀ ਅਤੇ ਦੇਖ ਮੈਂ ਤੈਨੂੰ ਬਰਬਾਦ ਕਰ ਦਿੱਤਾ। ਆਪਣੀ ਨਣਦ ਦੀਆਂ ਇੰਨੀਆਂ ਭਿਆਨਕ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ, ਪਰ ਮੈਂ ਚੁੱਪਚਾਪ ਲੇਟੀ ਰਹੀ। ਮੈਨੂੰ ਪੂਰਾ ਯਕੀਨ ਹੋ ਗਿਆ ਕਿ ਮੇਰੀ ਨਣਦ ਇੱਕ ਸਾਈਕੋ ਮਰੀਜ਼ ਹੈ। ਬਚਪਨ ਦੀਆਂ ਗੱਲਾਂ ਮੈਨੂੰ ਤਾਂ ਯਾਦ ਨਹੀਂ ਸਨ, ਪਰ ਉਸਨੇ ਤਾਂ ਉਦੋਂ ਤੋਂ ਹੀ ਮੇਰੇ ਲਈ ਆਪਣੇ ਦਿਲ ਵਿੱਚ ਨਫ਼ਰਤ ਪਾਲ ਰੱਖੀ ਸੀ। ਇਸ ਕਮਰੇ ਵਿੱਚ ਆਉਂਦੇ ਹੀ ਮੈਂ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਕਿ ਜਿਸ ਵੇਲੇ ਮੇਰੀ ਨਣਦ ਮੇਰੇ ਕੋਲ ਬੈੱਡ 'ਤੇ ਆ ਕੇ ਬੈਠੀ ਸੀ ਤਾਂ ਮੈਂ ਅੱਖ ਬਚਾ ਕੇ ਆਪਣੇ ਮੋਬਾਈਲ ਦੀ ਰਿਕਾਰਡਿੰਗ ਔਨ ਕਰ ਲਈ ਸੀ ਅਤੇ ਉਸ ਦੀਆਂ ਸਾਰੀਆਂ ਗੱਲਾਂ ਰਿਕਾਰਡ ਹੋ ਗਈਆਂ। ਮੈਂ ਉਹ ਸਾਰੀਆਂ ਗੱਲਾਂ ਆਪਣੇ ਪਤੀ ਨੂੰ ਭੇਜ ਦਿੱਤੀਆਂ। ਆਪਣੀ ਧੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਮੇਰਾ ਮਨ ਬਹੁਤ ਭਾਰੀ ਹੋਇਆ। ਉਸ ਤੋਂ ਬਾਅਦ ਉਹ ਕਹਿਣ ਲੱਗੀ, ਮੰਮੀ ਮੈਨੂੰ ਮਾफ़ ਕਰ ਦਿਓ, ਮੈਂ ਬਹੁਤ ਬੁਰੀ ਹਾਂ। ਮੈਂ ਤੁਹਾਨੂੰ ਧੋਖਾ ਦਿੱਤਾ ਅਤੇ ਦੇਖੋ ਬਦਲੇ ਵਿੱਚ ਮੈਨੂੰ ਵੀ ਧੋਖਾ ਮਿਲਿਆ। ਮੇਰਾ ਪਤੀ ਮੈਨੂੰ ਕਾਲਜ ਦੇ ਬਾਹਰ ਮਿਲਿਆ ਸੀ। ਮੈਂ ਉਸ ਨੂੰ ਪਸੰਦ ਕਰਨ ਲੱਗੀ। ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਸ਼ਹਿਰ ਵਿੱਚ ਰਹਿੰਦਾ ਹੈ ਤਾਂ ਮੈਂ ਜਿੱਦ ਕੀਤੀ ਕਿ ਮੈਂ ਸ਼ਹਿਰ ਜਾ ਕੇ ਪੜ੍ਹਨਾ ਚਾਹੁੰਦੀ ਹਾਂ। ਜਦੋਂ ਮੈਂ ਸ਼ਹਿਰ ਵਿੱਚ ਰਹਿੰਦੀ ਸੀ ਤਾਂ ਉਹ ਰੋਜ਼ ਮੈਨੂੰ ਮਿਲਣ ਆਉਂਦਾ ਸੀ। ਫਿਰ ਉਸਨੇ ਇੱਕ ਦਿਨ ਮੈਨੂੰ ਕਿਹਾ ਕਿ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ। ਮੈਂ ਵੀ ਹਾਂ ਕਰ ਦਿੱਤੀ। ਹੁਣ ਮੈਂ ਅੱਗੇ ਨਹੀਂ ਪੜ੍ਹਨਾ ਚਾਹੁੰਦੀ ਸੀ, ਇਸ ਲਈ ਮੈਂ ਇੰਨੇ ਦਿਨਾਂ ਤੱਕ ਬਿਮਾਰੀ ਦਾ ਨਾਟਕ ਕੀਤਾ ਅਤੇ ਜਦੋਂ ਮੇਰੇ ਪੇਟ ਵਿੱਚ ਦਰਦ ਹੋਇਆ ਤਾਂ ਕਲੀਨਿਕ ਜਾਣ ਲੱਗੀ। ਉੱਥੇ ਜਾ ਕੇ ਮੈਂ ਦੇਖਿਆ ਕਲੀਨਿਕ ਵਿੱਚ ਮੇਰਾ ਪਤੀ ਹੀ ਬੈਠਾ ਸੀ। ਉਹ ਆਪਣੇ ਕਿਸੇ ਦੋਸਤ ਦੀ ਜਗ੍ਹਾ ਆਇਆ ਹੋਇਆ ਸੀ। ਇਹ ਸੁਣ ਕੇ ਮੈਂ ਬਹੁਤ ਖੁਸ਼ ਹੋਈ ਅਤੇ ਫਿਰ ਮੈਂ ਰੋਜ਼ ਕਲੀਨਿਕ ਜਾਂਦੀ। ਮੈਂ ਰੋਜ਼ ਅੰਦਰ ਉਸ ਨਾਲ ਗੱਲਾਂ ਕਰਦੀ। ਜਦੋਂ ਤੁਸੀਂ ਅੰਦਰ ਆਉਂਦੇ ਤਾਂ ਚੈੱਕਅਪ ਦਾ ਬਹਾਨਾ ਕਰਦੇ ਅਤੇ ਫਿਰ ਜਦੋਂ ਤੁਹਾਨੂੰ ਸ਼ੱਕ ਹੋਣ ਲੱਗਿਆ ਤਾਂ ਉਸਨੇ ਮੈਨੂੰ ਕਿਹਾ ਕਿ ਹੁਣ ਮੈਂ ਇੱਥੇ ਨਾ ਆਇਆ ਕਰਾਂ। ਇੱਕ ਦਿਨ ਜਦੋਂ ਮੈਂ ਉੱਥੇ ਗਈ ਤਾਂ ਉਹ ਉੱਥੇ ਨਹੀਂ ਸੀ, ਇਸ ਲਈ ਤੁਹਾਨੂੰ ਕੁਝ ਪਤਾ ਨਹੀਂ ਚੱਲ ਸਕਿਆ। ਜਦੋਂ ਉਸਨੇ ਇਹ ਰਿਸ਼ਤਾ ਭੇਜਿਆ ਤਾਂ ਮੈਂ ਸਾਰੀ ਬਿਮਾਰੀ ਭੁੱਲ ਗਈ ਅਤੇ ਵਿਆਹ ਦੀਆਂ ਖੁਸ਼ੀਆਂ ਵਿੱਚ ਲੱਗ ਗਈ। ਕੁਝ ਸਾਲਾਂ ਬਾਅਦ ਮੇਰੇ ਸਿਰ ਵਿੱਚ ਬਹੁਤ ਤੇਜ਼ ਦਰਦ ਉੱਠਿਆ ਅਤੇ ਪੇਟ ਵਿੱਚ ਵੀ ਦਰਦ ਹੋਣ ਲੱਗਿਆ ਤਾਂ ਮੈਨੂੰ ਪਤਾ ਲੱਗਿਆ ਕਿ ਮੈਨੂੰ ਕੈਂਸਰ ਹੈ। ਉਸ ਵੇਲੇ ਮੇਰਾ ਪਤੀ ਕੰਮ ਦੇ ਸਿਲਸਿਲੇ ਵਿੱਚ ਬਾਹਰ ਗਿਆ ਹੋਇਆ ਸੀ। ਜਦੋਂ ਉਹ ਵਾਪਸ ਆਇਆ ਤਾਂ ਮੈਂ ਉਸ ਨੂੰ ਦੱਸਣਾ ਚਾਹੁੰਦੀ ਸੀ, ਪਰ ਉਸ ਦੇ ਵਰਤਾਓ ਕਰਕੇ ਮੈਂ ਉਸ ਨੂੰ ਦੱਸ ਨਾ ਸਕੀ। ਪਰ ਮੰਮੀ ਦੇਖੋ, ਮੇਰੀਆਂ ਖੁਸ਼ੀਆਂ ਦੀ ਉਮਰ ਕਿੰਨੀ ਛੋਟੀ ਸੀ। ਰਾਤ ਨੂੰ ਮੈਨੂੰ ਪਤਾ ਲੱਗਿਆ ਕਿ ਮੇਰੀ ਨਣਦ ਮੇਰੇ ਨਾਲ ਨਫ਼ਰਤ ਦੀ ਆੜ ਵਿੱਚ ਇਹ ਸਭ ਕੁਝ ਕਰ ਰਹੀ ਸੀ ਅਤੇ ਮੇਰੇ ਪਤੀ ਨੇ ਵੀ ਮੇਰੇ ਉੱਪਰ ਯਕੀਨ ਕਰਨਾ ਬੰਦ ਕਰ ਦਿੱਤਾ। ਹੁਣ ਮੈਂ ਉਸ ਘਰ ਵਿੱਚ ਕਦੇ ਨਹੀਂ ਜਾਵਾਂਗੀ। ਮੇਰੀ ਧੀ ਦੀਆਂ ਗੱਲਾਂ ਮੇਰਾ ਦਿਲ ਚੀਰ ਰਹੀਆਂ ਸਨ। ਮੈਂ ਉਸ ਨੂੰ ਗਲੇ ਲਗਾਇਆ। ਅਗਲੇ ਦਿਨ ਮੇਰਾ ਜਵਾਈ ਆ ਗਿਆ। ਉਸਨੇ ਮੇਰੀ ਕੁੜੀ ਤੋਂ ਅਤੇ ਮੇਰੇ ਤੋਂ ਮਾफ़ੀ ਮੰਗੀ। ਉਹ ਆਪਣੀਆਂ ਗਲਤੀਆਂ ਲਈ ਬਹੁਤ ਸ਼ਰਮਿੰਦਾ ਸੀ। ਉਹ ਮੇਰੀ ਕੁੜੀ ਨੂੰ ਵਾਪਸ ਲੈ ਗਿਆ
ਅਤੇ ਉਸ ਦਾ ਇਲਾਜ ਕਰਵਾਇਆ। ਉਸਨੇ ਆਪਣੀ ਭੈਣ ਨੂੰ ਉਸਦੇ ਪਾਪਾਂ ਦੀ ਸਜ਼ਾ ਦਿਵਾਉਣ ਲਈ ਪੁਲਿਸ ਨੂੰ ਫੜਵਾ ਦਿੱਤਾ ਅਤੇ ਉਸ ਨੂੰ ਜੇਲ੍ਹ ਹੋ ਗਈ। ਹੁਣ ਮੇਰੀ ਕੁੜੀ ਆਪਣੇ ਘਰ ਵਿੱਚ ਚੰਗੀ ਜ਼ਿੰਦਗੀ ਗੁਜ਼ਾਰ ਰਹੀ ਹੈ। ਦੋਸਤੋ, ਆਪਣੇ ਮਾਂ-ਬਾਪ ਨੂੰ ਕਦੇ ਵੀ ਧੋਖਾ ਨਹੀਂ ਦੇਣਾ ਚਾਹੀਦਾ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।